ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਪੂਰਨ ਸੋਈ ਸੰਤ ਲੜੀਵਾਰ ਜੀਵਨ ਸਾਖੀਆਂ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ। ਅਜਹੋਂ ਸੋ ਨਾਉ ਸਮੁੰਦਰ ਮੈਂ। ਬਾਬਾ ਜੀ ਨਿਮਰਤਾ ਭਾਵ ਵਿੱਚ ਰਹਿਣ ਤੇ ਤਿਲ ਮਾਤਰ ਵੀ ਅਹੰਕਾਰ ਨਾ ਕਰਨ ਦਾ ਉਪਦੇਸ਼ ਦਿੰਦੇ ਰਹਿੰਦੇ ਸਨ। ਬਚਨ ਕਰਦੇ ਸਨ, ਸਿੰਘੋ ਇੱਥੇ ਪਲ ਦਾ ਵੀ ਭਰੋਸਾ ਨਹੀਂ। ਖਾਰੇ ਸਮੁੰਦਰ 'ਚ ਨਈਆ ਠਿਲ ਰਹੀ ਹੈ, ਪਤਾ ਨਹੀਂ ਕਦੋਂ ਡੋਲਾ ਖਾ ਜਾਏ। ਭੋਰਾ ਜਿੰਨਾ ਵੀ ਸਿੰਘੋ ਹੰਕਾਰ ਨਾ ਕਰੋ, ਨਿਮਾਣੇ ਹੋ ਜਾਓ। ਭੂਲਪੁਰ ਦੀ ਸੰਗਤ ਨੂੰ ਵੀ ਬਾਬਾ ਜੀ ਨੇ ਐਸਾ ਹੀ ਉਪਦੇਸ਼ ਕੀਤਾ ਸੀ। ਭੂਲਪੁਰ ਨਜ਼ਦੀਕ ਟਾਂਡਾ ਹੁਸ਼ਿਆਰਪੁਰ ਦੀ ਸੰਗਤ ਭਾਈ ਮਲਕੀਤ ਸਿੰਘ ਤੇ ਹੋਰ ਸੱਜਣ ਬਾਬਾ ਰਘਵੀਰ ਸਿੰਘ ਜੀ ਨਿਰਮਲੇ ਦੀ ਬਰਸੀ ਗਈ ਤਰੀਕ ਲੈਣ ਸੰਗਤਸਰ ਸਾਹਿਬ ਕੁਟੀਆ ਵਿਖੇ ਆਏ। ਫਤਿਹ ਦੀ ਸਾਂਝ ਕਰਕੇ ਬਾਬਾ ਜੀ ਨੇ ਸੁੱਖ ਸਾਂਦ ਪੁੱਛੀ। ਬਾਬਾ ਜੀ ਫਿਰ ਸਾਰੀ ਸੰਗਤ ਨੂੰ ਸ਼ਬਦ ਵਿਚਾਰਾ ਸਰਵਣ ਕਰਾਉਣ ਲੱਗ ਪਏ। ਕਬੀਰ ਸਾਹਿਬ ਜੀ ਦਾ ਸ਼ਲੋਕ ਪੜ੍ਹਿਆ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਅਜਹੋਂ ਸੋ ਨਾਉ ਸਮੁੰਦਰ ਮੈਂ, ਕਿਆ ਜਾਣੂ ਕਿਆ ਹੋਏ। ਬਚਨ ਕੀਤਾ ਕਿ ਹੇ ਮਨ ਤੂੰ ਗਰਬ ਨਾ ਕਰ, ਹੰਕਾਰ ਨਾ ਕਰ। ਇੱਥੇ ਪਲ ਦਾ ਵੀ ਭਰੋਸਾ ਨਹੀਂ, ਪਤਾ ਨਹੀਂ ਅਗਲੇ ਪਲ ਕੀ ਖੇਡ ਵਰਤ ਜਾਏ। ਗਰੀਬੀ ਰੱਖ ਕੇ ਨਿਉ ਕੇ ਨਾਮ ਜਪ, ਰਤੀ ਭਰ ਵੀ ਮਾਨ ਨਾ ਕਰੀ। ਬੜੇ ਬੜੇ ਧਨਾੜ ਬਾਦਸ਼ਾਹ ਸੁਲਤਾਨਾਂ ਨੇ ਹੰਕਾਰ ਕੀਤਾ, ਪਰ ਉਹਨਾਂ ਨੂੰ ਵੀ ਖੇ ਹੁੰਦਿਆਂ ਸਮਾਂ ਨਹੀਂ ਲੱਗਾ। ਗਰੀਬੀ ਦਾ ਪੱਲਾ ਫੜ ਲੈ, ਬਚਨ ਵੀ ਹੈ। ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਅਥਵਾ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ। ਗੜ ਮੰਦਰ ਗਚ ਗੀਰੀਆਂ ਕਿਛ ਸਾਥ ਨਾ ਜਾਈ। ਬਾਬਾ ਜੀ ਨੇ ਬਾਬਾ ਫਰੀਦ ਸਾਹਿਬ ਜੀ ਦੀ ਸਾਖੀ ਸਰਵਣ ਕਰਵਾਈ ਕਿ ਬਾਬਾ ਫਰੀਦ ਜੀ ਦੇ ਨਗਰ ਵਿੱਚ ਇੱਕ ਬੇਸਵਾ ਰਹਿੰਦੀ ਸੀ। ਉਸਨੇ ਇੱਕ ਕੁੱਤਾ ਰੱਖਿਆ ਹੋਇਆ ਸੀ। ਇੱਕ ਦਿਨ ਭਗਤ ਜੀ ਉਸ ਦੇ ਘਰ ਵਾਲੇ ਪਾਸਿਓਂ ਲੰਘੇ ਤਾਂ ਉਹ ਬੇਸਵਾ ਭਗਤ ਜੀ ਦਾ ਮਖੌਲ ਉਡਾਉਣ ਲਈ ਕਹਿੰਦੀ, ਫਰੀਦਾ ਤੇਰੀ ਦਾੜੀ ਨਾਲੋਂ ਤੇ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਭਗਤ ਜੀ ਬੜੇ ਵਿਨਮਰ ਸੁਭਾਅ ਵਾਲੇ ਸਨ। ਹੱਥ ਜੋੜ ਕੇ ਨਿਮਰਤਾ ਨਾਲ ਕਹਿੰਦੇ, ਭੈਣੇ ਠੀਕ ਹੈ, ਚੰਗੀ ਹੀ ਹੈ। ਪਾਤਸ਼ਾਹ ਵੀ ਸਤਿਪੁਰਸ਼ਾਂ ਦੀ ਨਿਸ਼ਾਨੀ ਦੱਸਦੇ ਹਨ ਕਿ ਜਿਨ੍ਹਾਂ ਦਾ ਸਾਹਿਬ ਨਾਲ ਪਿਆਰ ਬਣ ਜਾਵੇ ਉਹ ਸदैव ਆਪਣੇ ਆਪ ਨੂੰ ਸਭ ਤੋਂ ਨੀਵਾਂ ਜਨਾਉਂਦੇ ਹਨ ਤੇ ਅਵਰ ਸੰਸਾਰ ਨੂੰ ਭਲਾ ਹੀ ਕਹਿੰਦੇ ਹਨ। ਬਚਨ ਹੈ, ਤਉ ਦੇਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ। ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਕੁਝ ਦਿਨਾਂ ਬਾਅਦ ਭਗਤ ਜੀ ਫਿਰ ਉਸ ਪਾਸਿਓਂ ਲੰਘੇ। ਉਹ ਭੈਣ ਫਿਰ ਭਗਤ ਜੀ ਦਾ ਮਖੌਲ ਉਡਾਉਂਦਿਆਂ ਕਹਿੰਦੀ ਕਿ ਫਰੀਦ ਤੇਰੀ ਦਾੜੀ ਨਾਲੋਂ ਤੇ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਭਗਤ ਜੀ ਫਿਰ ਨਿਮਰਤਾ ਭਾਵ ਵਿੱਚ ਹੱਥ ਜੋੜ ਕੇ ਉਸ ਨੂੰ ਕਹਿੰਦੇ ਕਿ ਭੈਣੇ ਠੀਕ ਹੈ, ਚੰਗੀ ਹੈ। ਸਮਾਂ ਬੀਤਦਾ ਗਿਆ। ਸਰੀਰ ਕਰਕੇ ਭਗਤ ਜੀ ਦਾ ਅੰਤਮ ਸਮਾਂ ਨਜ਼ਦੀਕ ਆ ਗਿਆ। ਫਾਨੀ ਸੰਸਾਰ ਤੋਂ ਜਾਣ ਲੱਗਿਆਂ ਭਗਤ ਜੀ ਆਪਣੇ ਇੱਕ ਸ਼ਾਗਿਰਦ ਨੂੰ ਕਹਿੰਦੇ ਕਿ ਉਸ ਭੈਣ ਨੂੰ ਭਾਵ ਵੇਸਵਾ ਨੂੰ ਮੇਰੇ ਕੋਲ ਬੁਲਾ ਕੇ ਲਿਆਓ। ਉਸ ਸ਼ਾਗਿਰਦ ਦੇ ਮਨ ਵਿੱਚ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਉੱਠੇ ਕਿ ਸ਼ਾਇਦ ਭਗਤ ਜੀ ਅੱਜ ਡੋਲ ਗਏ ਹਨ, ਪਰ ਗੁਰੂ ਦਾ ਬਚਨ ਮੰਨ ਕੇ ਉਸ ਭੈਣ ਨੂੰ ਬੁਲਾ ਕੇ ਲਿਆਇਆ। ਉਹ ਭਗਤ ਜੀ ਦੇ ਕੋਲ ਆਈ ਤਾਂ ਭਗਤ ਜੀ ਆਪਣੀ ਦਾੜੀ ਹੱਥ ਵਿੱਚ ਫੜ ਕੇ ਕਹਿੰਦੇ, ਭੈਣੇ ਅੱਜ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਹੈ। ਭਗਤ ਜੀ ਦਾ ਬਚਨ ਸੁਣ ਕੇ ਉਹ ਬਹੁਤ ਹੈਰਾਨ ਹੋਈ ਤੇ ਭਗਤ ਜੀ ਨੂੰ ਕਹਿਣ ਲੱਗੀ ਕਿ ਬਾਬਾ ਜੀ ਦਾੜੀ ਤਾਂ ਤੁਹਾਡੀ ਅੱਜ ਵੀ ਵੈਸੀ ਹੀ ਹੈ ਜੈਸੀ ਪਹਿਲੇ ਸੀ। ਜੇ ਇਹ ਮੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਸੀ ਤੇ ਤੁਸੀਂ ਉਦੋਂ ਹੀ ਮੈਨੂੰ ਇਹ ਗੱਲ ਕਿਉਂ ਨਾ ਕਹੀ। ਭਗਤ ਜੀ ਕਹਿੰਦੇ ਕਿ ਭੈਣੇ ਉਦੋਂ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਪਤਾ ਨਹੀਂ ਮੈਂ ਇਹ ਦਾੜੀ ਚੰਗੀ ਕਰਕੇ ਲੈ ਜਾਵਾਂਗਾ ਵੀ ਕਿ ਨਹੀਂ, ਪਰ ਅੱਜ ਮੈਂ ਇਸ ਦਾੜੀ ਨੂੰ ਬਿਨਾਂ ਕੋਈ ਦਾਗ ਲੱਗੇ ਚੰਗੀ ਕਰਕੇ ਹੀ ਸੰਸਾਰ ਤੋਂ ਲਿਜਾ ਰਿਹਾ। ਅੱਜ ਮੈਂ ਮਾਣ ਨਾਲ ਕਹਿ ਸਕਦਾ ਕਿ ਮੇਰੀ ਦਾੜੀ
ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਹੈ। ਭਗਤ ਜੀ ਦਾ ਇਹ ਬਚਨ ਸੁਣ ਕੇ ਉਹ ਭੈਣ ਬਹੁਤ ਪ੍ਰਭਾਵਿਤ ਹੋਈ ਤੇ ਉਸਨੇ ਭਗਤ ਜੀ ਨੂੰ ਨਮਸਕਾਰ ਕੀਤੀ। ਇਹ ਸਾਖੀ ਸਰਵਣ ਕਰਾ ਕੇ ਬਾਬਾ ਜੀ ਨੇ ਬਚਨ ਕੀਤਾ, ਪੁੱਤ ਇੱਥੇ ਪਲ ਦਾ ਵੀ ਕੋਈ ਭਰੋਸਾ ਨਹੀਂ, ਪਤਾ ਨਹੀਂ ਮਨ ਕਦੋਂ ਡੋਲਾ ਖਾ ਜਾਵੇ। ਅਜੇ ਤੇ ਨਈਆ ਸਮੁੰਦਰ 'ਚ ਠਿਲ ਰਹੀ ਹੈ, ਇਸ ਦਾ ਕੋਈ ਭਰੋਸਾ ਨਹੀਂ। ਨਿਉ ਕੇ ਝੁਕ ਕੇ ਵਾਹਿਗੁਰੂ ਦਾ ਨਾਮ ਜਪਦਿਆਂ ਇਹ ਪੰਕਤੀਆਂ ਦੀ ਕਮਾਈ ਕਰਿਆ ਕਰੋ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਪੁੱਤ ਸਮੇਂ ਦਾ ਕੋਈ ਭਰੋਸਾ ਨਹੀਂ, ਕਦੇ ਵੀ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ। ਚੰਗੀ ਦੇਹ ਦਾ, ਧਨ ਦਾ, ਕਿਸੇ ਵੀ ਉਪਲਬਧੀ ਦਾ ਕੋਈ ਹੰਕਾਰ ਨਹੀਂ ਕਰਨਾ। ਕੋਈ ਪਤਾ ਨਹੀਂ ਕਿ ਇਹ ਇੱਲ ਨਿਆਈ ਉੱਚੀ ਉਡਾਰੀ ਮਾਰਨ ਵਾਲਾ ਪਲ ਵਿੱਚ ਹੀ ਗੰਦਗੀ ਦੇ ਢੇਰ ਭਾਵ ਮ੍ਰਿਤਕ ਸਰੀਰ ਉੱਤੇ ਡਿੱਗ ਪਏ। ਜਿਉਂ ਇੱਲ ਵੱਡੇ ਵੱਡੇ ਪਰਬਤ ਸਰ ਕਰ ਲੈਂਦੀ ਹੈ, ਦਸਾਂ ਦਸਾਵਾਂ ਵਿੱਚ ਉੱਡ ਆਉਂਦੀ ਹੈ, ਪਰ ਜਦੋਂ ਡਿੱਗਦੀ ਹੈ ਤਾਂ ਮੋਏ ਪਸ਼ੂਆਂ ਦੇ ਸਰੀਰ ਉੱਤੇ ਆ ਡਿੱਗਦੀ ਹੈ। ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਣ ਰਾਏ, ਜਿੱਥੈ ਡਿੱਠਾ ਮਿਰਤ ਕੋ ਇੱਲ ਬਹਿਠੀ ਆਏ। ਬੜਾ ਭਿਆਨਕ ਮਾਇਆ ਦਾ ਜਾਲ ਹੈ, ਕੋਈ ਭਰੋਸਾ ਨਹੀਂ ਮੰਨਦਾ ਕਿ ਕਦ ਡੋਲਾ ਖਾ ਜਾਵੇ। ਆ ਗਏ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਨਿਵ ਕੇ ਰਹਿਣਾ, ਝੁੱਕ ਕੇ ਰਹਿਣਾ ਤੇ ਇਹ ਪੰਕਤੀਆਂ ਹਿਰਦੇ ਅੰਦਰ ਵਸਾ ਲੈਣੀਆਂ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮਸੀ, ਸੇ ਕਰ ਭਾਗਟ ਦੇਖ। ਇਹੀ ਗੁਣ ਨੇ ਜਿਨ੍ਹਾਂ ਕਰਕੇ ਜਪੇ ਨਾਮ ਦਾ, ਕੀਤੀ ਸੇਵਾ ਦਾ ਹੰਕਾਰ ਨਹੀਂ ਆਉਂਦਾ ਤੇ ਬੇੜਾ ਡੋਲਾ ਖਾਣ ਤੋਂ ਬਚ ਜਾਂਦਾ। ਇਹ ਪਰਮ ਉਪਦੇਸ਼ ਬਾਬਾ ਜੀ ਨੇ ਸੰਗਤ ਨੂੰ ਬਖਸ਼ਿਸ਼ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ। ਸੰਗਤਸਰ ਸਾਹਿਬ ਵਿਖੇ ਬਾਬਾ ਜੀ ਸੰਗਤ ਨੂੰ ਗੁਰਬਾਣੀ ਦੇ ਆਧਾਰ ਤੇ ਬੜੇ ਪਰਮ ਉਪਦੇਸ਼ ਬਖਸ਼ਦੇ ਸਨ। ਬਾਬਾ ਜੀ ਦਾ ਗੁਰਬਾਣੀ ਨਾਲ ਅਥਾਹ ਪ੍ਰੇਮ ਸੀ ਤੇ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਹਿਰਾਂ ਬੱਦੀ ਚੌਂਕੜਾ ਮਾਰ ਕੇ ਸਰਵਣ ਕਰਦੇ ਸਨ। ਇੱਕ ਪਾਠ ਦਾ ਭੋਗ ਪੈ ਜਾਣਾ ਤੇ ਬਾਬਾ ਜੀ ਨੇ ਦੁਬਾਰਾ ਫਿਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦੇਣਾ ਤੇ ਆਪ ਕਈ ਘੰਟੇ ਬੈਠ ਕੇ ਸਰਵਣ ਕਰਨਾ। ਪਾਤਸ਼ਾਹ ਵੀ ਮਹਾਂਪੁਰਖਾਂ ਦਾ ਐਸਾ ਹੀ ਗੁਣ ਬਖਸ਼ਿਸ਼ ਕਰਦੇ ਹਨ ਕਿ ਮਹਾਂਪੁਰਖ ਸदैव ਸ਼ਬਦ ਰੂਪੀ ਨਾਮ ਨੂੰ ਹਿਰਦੇ ਅੰਦਰ ਧਿਆਉਂਦੇ ਹਨ। ਬਚਨ ਵੀ ਹੈ, ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ, ਆਪ ਉਦਰੇ ਕੁਲ ਸਗਲ ਨਿਸਤਾਰੇ। ਹਰ ਕਾ ਨਾਮ ਰਖੈ ਉਰ ਧਾਰੇ, ਨਾਮ ਰਤੇ ਭੌਜਲ ਉਤਰੈ ਪਾਰੇ। ਗੁਰਦੁਆਰਾ ਸਾਹਿਬ ਪਿੰਡ ਕਾਲੇ ਬੀਬੀ ਰੁੱਕੋ ਜੀ ਦੇ ਡੇਰੇ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਇਹੀ ਮਰਿਆਦਾ ਚੱਲਦੀ ਰਹੀ। 1965-66 ਵਿੱਚ ਬਾਬਾ ਜੀ ਫਿਰ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਆ ਗਏ। ਇੱਥੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੀ ਇਹ ਮਰਿਆਦਾ ਚੱਲਦੀ ਰਹੀ। ਗੁਰਬਾਣੀ ਹੀ ਬਾਬਾ ਜੀ ਦੇ ਜੀਵਨ ਦਾ ਆਧਾਰ ਸੀ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰਬਿਨ ਜੀਵਾ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਬਾਬਾ ਜੀ ਇੱਕ ਸਮੇਂ ਇੱਕ ਹੀ ਸ੍ਰੀ ਅਖੰਡ ਪਾਠ ਸਾਹਿਬ ਅਤੇ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਰੱਖਦੇ ਸਨ। ਸ੍ਰੀ ਜਪਜੀ ਸਾਹਿਬ ਦੀ ਬਾਣੀ ਪਰਥਾਏ ਬਾਬਾ ਜੀ ਬਚਨ ਕਰਦੇ ਹੁੰਦੇ ਸਨ ਕਿ ਪੋਥੀ ਪਰਮੇਸ਼ਰ ਕਾ ਥਾਨ। ਬਾਬਾ ਜੀ ਇੱਕ ਸਮੇਂ ਇੱਕ ਤੋਂ ਵੱਧ ਸ੍ਰੀ ਅਖੰਡ ਪਾਠ ਸਾਹਿਬ ਨਹੀਂ ਰੱਖਦੇ ਸਨ। ਇੱਕ ਪਾਠ ਰੱਖਣਾ, ਸੰਪੂਰਨ ਕਰਨਾ ਤੇ ਫਿਰ ਦੂਜਾ ਪਾਠ ਰੱਖਣਾ ਤੇ ਆਪ ਬੈਠ ਕੇ ਸਰਵਣ ਕਰਨਾ। 3 ਦਿਨ ਗੁਰਬਾਣੀ ਦੇ ਹੀ ਜਾਪ ਹੁੰਦੇ ਸਨ। ਚਲਦੇ ਪਾਠ ਵਿੱਚ ਕੋਈ ਕਥਾ ਕੀਰਤਨ ਨਹੀਂ ਹੁੰਦਾ ਸੀ। ਕਥਾ ਕੀਰਤਨ ਭੋਗ ਤੋਂ ਉਪਰੰਤ ਹੀ ਹੁੰਦੇ ਸਨ। ਇਹੀ ਬਾਬਾ ਜੀ ਦੀ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਸੀ। ਸੰਗਤ ਵੱਲੋਂ ਵੀ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਸਨ। ਇੱਕ ਵਾਰ ਇੱਕ ਸੱਜਣ ਨੇ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਤਰੀਕ ਲਈ। ਮਿੱਥੀ ਤਰੀਕ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ, ਪਰ ਉਸ ਸੱਜਣ ਦੇ ਪਰਿਵਾਰ ਦਾ ਕੋਈ ਵੀ ਜੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਲਈ ਨਹੀਂ ਆਇਆ। ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਸ ਪਰਿਵਾਰ ਦਾ ਕੋਈ ਜੀ ਭੋਗ ਵਿੱਚ ਵੀ ਹਾਜ਼ਰੀ ਭਰਨ ਲਈ ਨਹੀਂ ਆਇਆ। ਬਾਬਾ ਜੀ ਨੂੰ ਪਤਾ ਲੱਗਾ ਤਾਂ ਬਾਬਾ ਜੀ ਨੇ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਪੱਕੀ ਮਰਿਆਦਾ ਬਣਾ ਦਿੱਤੀ ਕਿ ਸ੍ਰੀ ਅਖੰਡ ਪਾਠ ਸਾਹਿਬ ਉਸੇ ਦਾ ਹੀ ਆਰੰਭ ਕੀਤਾ ਜਾਏਗਾ ਜਿਹੜਾ ਆਪ ਆ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏਗਾ। ਜਿਹੜਾ ਮਿੱਥੀ ਤਰੀਕ 'ਤੇ
ਆਪ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਨਹੀਂ ਆਵੇਗਾ, ਉਸ ਦਾ ਪਾਠ ਆਰੰਭ ਨਹੀਂ ਕੀਤਾ ਜਾਵੇਗਾ। ਸ੍ਰੀ ਅਖੰਡ ਪਾਠ ਸਾਹਿਬ ਦੀ ਇਹ ਮਰਿਆਦਾ ਬਾਬਾ ਜੀ ਦੇ ਅਸਥਾਨ 'ਤੇ ਚੱਲਦੀ ਰਹੀ। ਉਸ ਸੱਜਣ ਜੋ ਤਰੀਕ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਵਿੱਚ ਇੱਕ ਦਿਨ ਵੀ ਹਾਜ਼ਰੀ ਭਰਨ ਲਈ ਨਹੀਂ ਆਇਆ ਸੀ, ਦੇ ਥੋੜ੍ਹੇ ਸਮੇਂ ਬਾਅਦ ਸਰੀਰ ਉੱਤੇ ਫੋੜੇ ਨਿਕਲਣੇ ਸ਼ੁਰੂ ਹੋ ਗਏ। ਸਰੀਰ ਬੜਾ ਕਸ਼ਟ ਵਿੱਚ ਆ ਗਿਆ। ਉਸ ਦੇ ਮਨ ਵਿੱਚ ਵਿਚਾਰ ਆਵੇ ਕਿ ਮੈਂ ਸ੍ਰੀ ਅਖੰਡ ਪਾਠ ਸਾਹਿਬ ਦੀ ਤਰੀਕ ਲੈ ਕੇ ਇੱਕ ਦਿਨ ਵੀ ਹਾਜ਼ਰੀ ਨਹੀਂ ਭਰੀ, ਇਹ ਖੁਨਾਮੀ ਮੇਰੇ ਕੋਲੋਂ ਹੋਈ ਹੈ। ਵਾਰ-ਵਾਰ ਇਹੀ ਵਿਚਾਰ ਉਸ ਦੇ ਮਨ ਅੰਦਰ ਆਵੇ। ਉਸਨੇ ਬਾਬਾ ਜੀ ਦੇ ਇੱਕ ਨਿਕਟਵਰਤੀ ਸਿੰਘ ਨਾਲ ਬੇਨਤੀ ਕੀਤੀ ਕਿ ਮੇਰੇ ਕੋਲੋਂ ਭੁੱਲ ਹੋ ਗਈ ਹੈ, ਬਾਬਾ ਜੀ ਦੇ ਕੋਲੋਂ ਮੇਰੀ ਭੁੱਲ ਬਖਸ਼ਾ ਦੇਵੋ। ਉਸ ਸਿੰਘ ਨੇ ਬਾਬਾ ਜੀ ਦੇ ਨਾਲ ਵਚਨ ਕੀਤਾ। ਬਾਬਾ ਜੀ ਉਹ ਸੱਜਣ ਨੂੰ ਕਹਿੰਦੇ ਕਿ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਆਪਣੀ ਭੁੱਲ ਦੀ ਮੁਆਫੀ ਮੰਗ ਤੇ ਅੱਗੇ ਤੋਂ ਐਸੀ ਗਲਤੀ ਨਾ ਕਰੀ। ਉਸ ਸਿੰਘ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਫਿਰ ਉਸ ਦਾ ਸਰੀਰ ਠੀਕ ਹੋ ਗਿਆ। ਬਚਨ ਵੀ ਹੈ, ਕਾਮ ਨਾ ਆਵੈ ਸੋ ਕਾਰ ਕਮਾਵੈ, ਆਪ ਬੀਜ ਆਪੇ ਹੀ ਖਾਵੈ, ਰਾਖਣ ਕੋ ਦੂਸਰ ਨਹੀਂ ਕੋਏ, ਤੋ ਨਿਸਤਰੈ ਜੋ ਕਿਰਪਾ ਹੋਏ। ਇਸ ਤਰ੍ਹਾਂ ਦਾ ਮਰਿਆਦਾ ਭਰਪੂਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਜੀਵਨ ਬਾਬਾ ਜੀ ਦਾ ਸੀ। ਅੱਜ ਕੱਲ੍ਹ ਤੇ ਦੇਖਣ ਨੂੰ ਮਿਲਦਾ ਹੈ ਕਿ ਘਰੇ ਬੈਠਿਆਂ ਹੀ ਮਾਇਆ ਲੈ ਕੇ ਕਿਸੇ ਨੂੰ 11 ਪਾਠਾਂ ਦਾ ਫਲ ਦਿੱਤਾ ਜਾ ਰਿਹਾ, ਕਿਸੇ ਨੂੰ 21 ਪਾਠਾਂ ਦਾ ਫਲ ਦਿੱਤਾ ਜਾ ਰਿਹਾ। ਹਾਜ਼ਰੀ ਇੱਕ ਪਲ ਦੀ ਵੀ ਨਹੀਂ ਤੇ ਮਾਇਆ ਲੈ ਕੇ ਫਲ 101 ਪਾਠਾਂ ਦਾ ਝੋਲੀ ਪਾ ਦਿੱਤਾ। ਬਾਬਾ ਜੀ ਅਜਿਹੇ ਅਡੰਬਰਾਂ ਤੋਂ ਬਹੁਤ ਦੂਰ ਸਨ ਤੇ ਕਹਿੰਦੇ ਸਨ ਕਿ ਪੁੱਤ, ਜਪਿਆ ਨਾਮ ਤੇ ਹਾਜ਼ਰ ਰਹਿ ਕੇ ਸਰਵਣ ਕੀਤੀ ਬਾਣੀ ਦਾ ਹੀ ਫਲ ਹੈ ਜਾਂ ਹੱਥੀਂ ਕੀਤੀ ਸੇਵਾ ਦਾ ਫਲ ਹੈ, ਇਹਦੇ ਬਿਨਾਂ ਹੋਰ ਕੋਈ ਫਲ ਨਹੀਂ। ਬਾਬਾ ਜੀ ਇਸ ਗੱਲ 'ਤੇ ਬੜਾ ਜ਼ੋਰ ਦਿੰਦੇ ਸਨ ਕਿ ਭਾਈ, ਆਪਣਾ ਕਾਰਜ ਮਨੁੱਖ ਨੂੰ ਆਪ ਹੀ ਕਰਨਾ ਪੈਣਾ ਹੈ। ਇਹ ਕੀਤਾ ਕਰਾਇਆ ਕਿਤੋਂ ਵੀ ਨਹੀਂ ਮਿਲਣਾ, ਇਹ ਮਿਹਨਤ ਆਪ ਹੀ ਕਰਨੀ ਪੈਣੀ ਹੈ। ਬਚਨ ਵੀ ਹੈ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ, ਜਿਤ ਕਾਰਜ ਸਤ ਸੰਤੋਖ, ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਪ੍ਰਤੀ ਬਾਬਾ ਜੀ ਬਹੁਤ ਸਖਤ ਸਨ। ਪਾਠੀ ਸਿੰਘ ਜਾਂ ਸੇਵਾਦਾਰ ਕੋਈ ਢਿੱਲ ਨਾ ਵਰਤਣ, ਇਸ ਲਈ ਬਾਬਾ ਜੀ ਕੁਝ ਸੇਵਾਦਾਰਾਂ ਦਾ ਪਹਿਰਾ ਵੀ ਲਾਉਂਦੇ ਸਨ, ਜੋ ਸਾਰੀ ਰਾਤ ਜਾਗ ਕੇ ਪਹਿਰਾ ਦਿੰਦੇ ਸਨ। ਪਰ ਪਾਠੀ ਸਿੰਘ ਫਿਰ ਵੀ ਕੋਈ ਨਾ ਕੋਈ ਢਿੱਲ ਵਰਤ ਜਾਂਦੇ ਸਨ। ਬਾਬਾ ਜੀ ਨੂੰ ਢਿੱਲ ਦਾ ਪਤਾ ਲੱਗਾ ਤਾਂ ਬਾਬਾ ਜੀ ਨੇ ਭਿੱਖੇ ਸ਼ਾਹੀਆਂ ਦੇ ਜਥੇ ਨੂੰ ਕਹਿੰਦੇ, ਪੁੱਤ, ਅੱਜ ਰਾਤੀ ਪਹਿਰਾ ਲਾਉਣਾ ਹੈ ਤੇ ਲਾਉਣਾ ਵੀ ਠਿਕਰੀ ਪਹਿਰਾ ਤੇ ਚੋਰ ਵੀ ਫੜਨਾ। ਬਾਬਾ ਜੀ ਦਾ ਬਚਨ ਮੰਨ ਕੇ ਭਿੱਖੇ ਸ਼ਾਹੀਆਂ ਨੇ ਠਿਕਰੀ ਪਹਿਰਾ ਲਾਇਆ। ਤਕਰੀਬਨ ਰਾਤ ਦੇ 2 ਵਜੇ ਨਾਲ ਬੱਤੀ ਚਲੀ ਗਈ। ਸੇਵਾਦਾਰ ਨੇ ਮੋਮਬੱਤੀ ਜਾਂ ਟਾਰਚ ਕੋਈ ਜਗਾਈ ਨਹੀਂ ਹੋਈ ਸੀ, ਪਰ ਭੱਜ ਕੇ ਉਸਨੇ 1-2 ਮਿੰਟ ਵਿੱਚ ਬੱਤੀ ਦਾ ਪ੍ਰਬੰਧ ਕਰ ਲਿਆ। ਪਰ ਇਹ ਢਿੱਲ ਪਹਿਰੇਦਾਰਾਂ ਨੇ ਦੇਖ ਲਈ। ਸਵੇਰੇ ਪਾਠੀ ਸਿੰਘ ਭਿੱਖੇ ਸ਼ਾਹੀਆਂ ਦੇ ਜਥੇ ਕੋਲ ਆਏ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਇਹ ਗੱਲ ਬਾਬਾ ਜੀ ਨੂੰ ਨਾ ਦੱਸਿਓ। ਉਹਨਾਂ ਥੋੜ੍ਹਾ ਸਖਤੀ ਨਾਲ ਵੀ ਕਿਹਾ, ਪਰ ਭਿੱਖੇ ਸ਼ਾਹੀਏ ਸਵੇਰੇ ਬਾਬਾ ਜੀ ਦੇ ਕੋਲ ਆਏ ਤਾਂ ਫਤਿਹ ਦੀ ਸਾਂਝ ਕਰਕੇ ਬਾਬਾ ਜੀ ਨੇ ਪੁੱਛਿਆ, ਪੁੱਤ ਫਿਰ ਰਾਤ ਕਿਵੇਂ ਲੰਘੀ? ਭਾਈ ਤਰਸੇਮ ਸਿੰਘ ਨੇ ਦੱਸਿਆ ਕਿ ਬਾਬਾ ਜੀ, ਬਾਕੀ ਤੇ ਸਭ ਠੀਕ ਸੀ, ਪਰ ਦਰਬਾਰ ਸਾਹਿਬ ਵਿੱਚ ਥੋੜ੍ਹੀ ਢਿੱਲ ਪਾਈ ਗਈ ਹੈ। ਬਾਬਾ ਜੀ ਸੇਵਾਦਾਰਾਂ ਨੂੰ ਕਹਿੰਦੇ, ਬੁਲਾਓ ਗ੍ਰੰਥੀ ਬਾਬਾ ਤਾਰਾ ਸਿੰਘ ਨੂੰ, ਇੰਨੀ ਇਹਨਾਂ ਦੀ ਸੇਵਾ ਹੁੰਦੀ ਹੈ, ਇਹ ਫਿਰ ਵੀ ਢਿੱਲ ਵਰਤਦੇ ਨੇ। ਬਾਬਾ ਜੀ ਨੇ ਫਿਰ ਗ੍ਰੰਥੀ ਸਿੰਘ ਨੂੰ ਤਾੜਨਾ ਕੀਤੀ। ਗ੍ਰੰਥੀ ਸਿੰਘ ਨੇ ਭੁੱਲ ਦੀ ਖਿਮਾ ਮੰਗੀ ਤੇ ਅੱਗੇ ਤੋਂ ਪੂਰਾ ਧਿਆਨ ਰੱਖਣ ਲਈ ਕਿਹਾ। ਗਿਆਨੀ ਕਾਬਲ ਸਿੰਘ। ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਗਿਆਨੀ ਕਾਬਲ ਸਿੰਘ ਕਥਾਵਾਚਕ ਵੀ ਆਉਂਦੇ ਰਹਿੰਦੇ ਸਨ। ਗਿਆਨੀ ਜੀ ਗੁਰੂ ਘਰ ਵਿਖੇ ਕਥਾ ਕਰਦੇ ਸਨ ਤੇ ਬਾਬਾ ਜੀ ਦੇ ਨਾਲ ਵੀ ਸ਼ਬਦ ਵਿਚਾਰਾਂ ਕਰਦੇ ਹੁੰਦੇ ਸਨ। ਬਾਬਾ ਜੀ ਗੁਰਬਾਣੀ ਦੇ ਸ਼ਬਦ ਪੜ੍ਹਦੇ ਤੇ ਫਿਰ ਗਿਆਨੀ ਜੀ ਦੇ ਕੋਲੋਂ ਅਰਥ ਪੁੱਛਦੇ ਸਨ। ਗਿਆਨੀ ਜੀ ਨੇ ਅਰਥ ਦੱਸਣੇ ਤੇ ਬਾਬਾ ਜੀ ਨੇ ਗਿਆਨੀ ਜੀ ਦਾ ਬੜਾ ਸਤਿਕਾਰ ਕਰਨਾ। ਪਰ ਭਗਤ ਤੁਲਸੀਦਾਸ ਜੀ ਬਚਨ ਕਰਦੇ ਹਨ ਕਿ ਜਗਤ ਵਿੱਚ ਐਸਾ ਕੌਣ ਜੰਮ ਪਿਆ ਜਿਸ ਨੂੰ ਥੋੜ੍ਹੀ ਬਹੁਤੀ ਪ੍ਰਭਤਾ ਮਿਲੇ ਤੇ ਉਸ ਨੂੰ ਅਹੰਕਾਰ ਨਾ ਆਵੇ। ਐਸੋ ਕੋ ਜਨਮਿਓ ਜਗ ਮਾਹੇ, ਪ੍ਰਭਤਾ ਪਾਈ ਜਾ ਸਮਦ ਨਾਹੇ। ਗਿਆਨੀ ਕਾਬਲ ਸਿੰਘ ਨੂੰ ਵੀ ਅਹੰਕਾਰ ਨੇ ਆ ਘੇਰਾ ਪਾਇਆ। ਉਸਨੇ ਕਈ ਸੱਜਣਾਂ ਨੂੰ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਾਬਾ ਦਰਸ਼ਨ ਸਿੰਘ ਨੂੰ ਕੀ ਆਉਂਦਾ ਹੈ, ਉਹਨਾਂ ਨੂੰ ਤੇ ਮੈਂ ਦੱਸਦਾ ਤੇ ਫਿਰ ਉਹਨਾਂ ਨੂੰ ਗੁਰਬਾਣੀ ਦੀ ਸਮਝ ਪੈਂਦੀ ਹੈ। ਅਹੰਕਾਰੀ ਪੁਰਖ ਦੀ ਦ੍ਰਿਸ਼ਟੀ
ਇੰਨੀ ਛੋਟੀ ਹੋ ਜਾਂਦੀ ਹੈ ਕਿ ਉਸ ਨੂੰ ਸਿਵਾਏ ਆਪਣੇ ਆਪ ਤੋਂ ਦੂਜਾ ਕੋਈ ਦਿਸਦਾ ਹੀ ਨਹੀਂ। ਐਸੇ ਅਹੰਕਾਰੀ ਪੁਰਸ਼ਾਂ ਲਈ ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਅਹੰਕਾਰੀ ਪੁਰਸ਼ ਨੂੰ ਇਤਨਾ ਅਹੰਕਾਰ ਚੜ੍ਹ ਜਾਂਦਾ ਹੈ ਕਿ ਉਹ ਥਾਂ ਕਥਾਂ ਵੀ ਨਹੀਂ ਦੇਖਦਾ। ਬਚਨ ਹੈ ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ, ਉਹ ਥਾਂ ਕਥਾਂ ਨਾ ਜਾਣਨੀ, ਉਨ ਅੰਤਰ ਲੋਭ ਵਿਕਾਰ। ਕਾਬਲ ਸਿੰਘ ਇੱਕ ਦਿਨ ਕਥਾ ਕਰਕੇ ਆਇਆ ਤੇ ਮਨ ਵਿੱਚ ਵਿਚਾਰ ਬਣਿਆ ਕਿ ਇੱਕ ਤਾਂ ਅਲਮਾਰੀ ਦੀਆਂ ਚਾਬੀਆਂ ਬਾਬਾ ਜੀ ਮੈਨੂੰ ਦੇ ਦੇਣ ਤੇ ਦੂਜੇ ਬਾਬਾ ਜੀ ਆਪਣੀ ਕਾਲੀ ਲੋਈ ਵੀ ਮੈਨੂੰ ਦੇਣ। ਅਹੰਕਾਰ ਮਾਤੀ ਐਸੀ ਮਾਰ ਦਿੰਦਾ ਹੈ ਕਿ ਅਹੰਕਾਰੀ ਪੁਰਸ਼ ਆਪਣੇ ਆਪ ਨੂੰ ਹੀ ਸਰਵਸ਼੍ਰੇਸ਼ਟ ਸਮਝਣ ਲੱਗ ਜਾਂਦਾ ਹੈ। ਹਰ ਕੀਮਤੀ ਵਸਤੂ ਉੱਤੇ ਉਹ ਆਪਣਾ ਹੀ ਅਧਿਕਾਰ ਸਮਝਦਾ ਹੈ। ਪਰ ਦੂਸਰੇ ਪਾਸੇ ਨਿਰਮਾਣ ਰੂਹਾਂ ਹਨ, ਨਿਮਰਤਾ ਵਿੱਚ ਰੰਗੀਆਂ ਰੂਹਾਂ ਹਨ, ਉਹ ਸਭ ਕੁਝ ਲੁਟਾ ਕੇ ਵੀ ਸੁੱਖ ਮੰਗਦੀਆਂ ਹਨ। ਅਗਲੇ ਦਿਨ ਕਾਬਲ ਸਿੰਘ ਬਾਬਾ ਜੀ ਦੇ ਕੋਲ ਆਇਆ। ਅੰਤਰਜਾਮੀ ਬਾਬਾ ਜੀ ਸੇਵਾਦਾਰਾਂ ਨੂੰ ਕਹਿੰਦੇ ਕਿ ਭਾਈ, ਇਹ ਗੁਰੂ ਮਹਾਰਾਜ ਦੇ ਵਜ਼ੀਰ ਆਏ ਨੇ, ਇਹ ਜੋ ਮੰਗਦੇ ਨੇ ਇਹਨਾਂ ਨੂੰ ਦੇ ਦੇਵੋ। ਬਾਬਾ ਜੀ ਨੇ ਸੇਵਾਦਾਰਾਂ ਨੂੰ ਕਹਿ ਕੇ ਅਲਮਾਰੀ ਦੀਆਂ ਚਾਬੀਆਂ ਕਾਬਲ ਸਿੰਘ ਨੂੰ ਦਵਾ ਦਿੱਤੀਆਂ ਤੇ ਫਿਰ ਆਪਣੀ ਕਾਲੀ ਲੋਈ ਵੀ ਕਾਬਲ ਸਿੰਘ ਨੂੰ ਦੇ ਦਿੱਤੀ। ਇਹ ਕੌਤਕ ਦੇਖ ਕੇ ਵੀ ਕਾਬਲ ਸਿੰਘ ਦਾ ਅਹੰਕਾਰ ਨਾ ਟਲਿਆ। ਉਸਨੇ ਫਿਰ ਵੀ ਅਹੰਕਾਰ ਭਰੇ ਬੋਲ ਬੋਲਿਆ ਕਰਨੇ ਕਿ ਬਾਬਾ ਦਰਸ਼ਨ ਸਿੰਘ ਨੂੰ ਮੈਂ ਗੁਰਬਾਣੀ ਦੇ ਅਰਥ ਸਮਝਾਉਂਦਾ ਹਾਂ ਤੇ ਉਹਨਾਂ ਨੂੰ ਸਮਝ ਆਉਂਦੀ ਹੈ, ਨਹੀਂ ਤੇ ਉਹਨਾਂ ਨੂੰ ਤਾਂ ਬਾਣੀ ਦਾ ਕੁਝ ਵੀ ਪਤਾ ਨਹੀਂ ਲੱਗਦਾ। ਕਾਬਲ ਸਿੰਘ ਦੀ ਵੀ ਦਸ਼ਾ ਉਸ ਦੀਵੇ ਵਰਗੀ ਹੋ ਗਈ ਸੀ ਜੋ ਦੂਜਿਆਂ ਨੂੰ ਤਾਂ ਰੋਸ਼ਨੀ ਦਿੰਦਾ ਹੈ ਪਰ ਖੁਦ ਦੀਵੇ ਦੇ ਥੱਲੇ ਹਨੇਰਾ ਰਹਿੰਦਾ ਹੈ। ਕਾਬਲ ਸਿੰਘ ਵੀ ਬਾਣੀ ਦੇ ਅਰਥ ਤਾਂ ਸੰਗਤ ਵਿੱਚ ਕਰਦਾ ਸੀ ਪਰ ਖੁਦ ਦੇ ਅਹੰਕਾਰ ਤੋਂ ਅਣਜਾਣ ਸੀ, ਗੁਰਬਾਣੀ ਦੇ ਰੂਹਾਨੀ ਗਿਆਨ ਤੋਂ ਕੋਹਾਂ ਦੂਰ ਸੀ। ਇਸੇ ਪ੍ਰਥਾਏ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਹਨ, ਆਪ ਨਾ ਮੰਜੈ ਸਾਹੁਰੈ ਲੋਕਾਂ ਮਤੀ ਦੇ ਸਮਝਾਏ, ਚਾਨਣ ਘਰ ਵਿੱਚ ਦੀਵਿਆਂ ਹੇਠ ਅਨੇਰ ਨਾ ਸਕੈ ਮਿਟਾਏ। ਅਹੰਕਾਰ ਜ਼ਿਆਦਾ ਹੀ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਤਾਂ ਇੱਕ ਦਿਨ ਬਾਬਾ ਜੀ ਕਾਬਲ ਸਿੰਘ ਨੂੰ ਕਹਿੰਦੇ ਕਿ ਪੁੱਤ, ਅਸੀਂ ਪਿਓ ਪੁੱਤ ਹੁਣ ਅੱਡ ਹੋ ਜਾਈਏ, ਚਾਹੇ ਤੂੰ ਡੇਰਾ ਸਾਂਭ ਲੈ, ਅਸੀਂ ਕਿਤੇ ਹੋਰ ਚਲੇ ਜਾਂਦੇ ਹਾਂ ਤੇ ਚਾਹੇ ਤੂੰ ਕਿਤੇ ਹੋਰ ਚਲੇ ਜਾ। ਕਾਬਲ ਸਿੰਘ ਫਿਰ ਡੇਰਾ ਛੱਡ ਕੇ ਚਲਾ ਗਿਆ, ਪਰ ਆਪਣੇ ਮੁੱਢ ਨਾਲੋਂ ਟੁੱਟ ਕੇ ਕੋਈ ਹਰਿਆ ਭਰਿਆ ਕਿਵੇਂ ਰਹਿ ਸਕਦਾ। ਪੇੜ ਮੁੰਡਾਹੋਂ ਕੱਟਿਆ ਤਿਸ ਡਾਲ ਸੁਕੰਦੇ। ਕਾਬਲ ਸਿੰਘ ਵੀ ਸੰਗਤਸਰ ਸਾਹਿਬ ਨਾਲੋਂ ਟੁੱਟ ਕੇ ਕਈ ਥਾਵਾਂ 'ਤੇ ਭਟਕਦਾ ਰਿਹਾ ਤੇ ਪਛਤਾਵਾ ਵੀ ਹੋਣ ਲੱਗਾ। ਮਨ ਵਿੱਚ ਵਿਚਾਰ ਆਵੇ ਕਿ ਬਾਬਾ ਜੀ ਦੇ ਕੋਲ ਰਹਿੰਦਾ ਸੀ ਤਾਂ ਮੇਰੀ ਸਰਦਾਰੀ ਸੀ, ਬੜਾ ਮਾਣ ਸਤਿਕਾਰ ਸੀ, ਪਰ ਅੱਜ ਮੇਰਾ ਕੀ ਹਾਲ ਹੋ ਗਿਆ। ਭਟਕਦੇ ਹੋਏ ਉਹ ਮਸਤ ਸਾਧੂਆਂ ਦੇ ਟੋਲੇ ਵਿੱਚ ਜਾ ਰਲਿਆ ਤੇ ਉੱਥੋਂ ਭੰਗ ਦਾ ਨਸ਼ਾ ਕਰਨ ਲੱਗ ਪਿਆ। ਸੰਤ ਕੈ ਦੋਖਣ ਮਤ ਹੋਏ ਮਲੀਨ, ਸੰਤ ਕੈ ਦੂਖਣ ਸੋਭਾ ਤੇ ਹੀਨ। ਇੱਕ ਦਿਨ ਰਾਤ ਨੂੰ ਭੰਗ ਪੀਤੀ ਹੋਈ ਸੀ ਤੇ ਨਸ਼ੇ ਦੀ ਹਾਲਤ ਵਿੱਚ ਕਾਬਲ ਸਿੰਘ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਆਇਆ। ਬਾਬਾ ਜੀ ਨੂੰ ਬੁਰਾ ਭਲਾ ਬੋਲਣ ਲੱਗ ਪਿਆ ਤੇ ਕਈ ਮੰਦੇ ਬੋਲ ਉਸਨੇ ਬਾਬਾ ਜੀ ਨੂੰ ਆਖੇ। ਕੁਝ ਸਿੰਘਾਂ ਨੇ ਬਾਹਰ ਹੀ ਉਸ ਨੂੰ ਫੜ ਲਿਆ, ਉਸ ਦੀ ਝਾੜ ਝੰਬ ਕਰ ਦਿੱਤੀ ਤੇ ਫਿਰ ਪੁਲਿਸ ਨੂੰ ਫੜਵਾ ਦਿੱਤਾ। ਥਾਣੇਦਾਰ ਫੜ ਕੇ ਉਸ ਨੂੰ ਥਾਣੇ ਲੈ ਗਿਆ ਤੇ ਉੱਥੇ ਉਸਨੇ ਵੀ ਉਸ ਨੂੰ ਕੁੱਟਿਆ। ਹਉਮੈ ਕਰੈ ਬਹੁਤੀ ਮਿਲੈ ਸਜਾਏ, ਅਥਵਾ ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ, ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ। ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ, ਸੰਤ ਕਾ ਦੋਖੀ ਉਜੜ ਪਾਈਐ। ਸੰਤ ਕਾ ਦੋਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੋਖੀ ਕੀ ਜੜ ਕਿਛ ਨਾਹੀ, ਆਪਨ ਬੀਜ ਆਪੇ ਹੀ ਖਾਹੇ। ਅਗਲੀ ਸਵੇਰ ਬਾਬਾ ਜੀ ਨੂੰ ਵੀ ਇਸ ਬਾਰੇ ਪਤਾ ਲੱਗਾ। ਥਾਣੇਦਾਰ ਵੀ ਸਵੇਰੇ ਬਾਬਾ ਜੀ ਦੇ ਕੋਲ ਸੰਗਤਸਰ ਸਾਹਿਬ ਵਿਖੇ ਆ ਗਿਆ। ਉਹ ਬਾਬਾ ਜੀ ਨੂੰ ਕਹਿੰਦਾ ਕਿ ਬਾਬਾ ਜੀ, ਜੋ ਆਪ ਜੀ ਦਾ ਹੁਕਮ ਹੋਵੇ ਤਾਂ ਤਕੜਾ ਕੇਸ ਬਣਾ ਕੇ ਕਾਬਲ ਸਿੰਘ ਉੱਤੇ ਪਾ ਦੇਵਾਂ। ਬਾਬਾ ਜੀ ਥਾਣੇਦਾਰ ਨੂੰ ਕਹਿੰਦੇ ਕਿ ਥਾਣੇਦਾਰ ਸਾਹਿਬ, ਸਾਡੀ ਸਲਾਹ ਲੈਣ ਆਏ ਹੋ ਤਾਂ ਉਸ 'ਤੇ ਕੋਈ ਕੇਸ ਨਹੀਂ ਪਾਉਣਾ, ਉਸ ਨੂੰ ਹੁਣੇ ਹੀ ਬਰੀ ਕਰਕੇ ਸਾਡੇ ਕੋਲ ਲੈ ਕੇ ਆਵੋ। ਇਹ ਸੁਣ ਕੇ ਥਾਣੇਦਾਰ ਬੜਾ ਹੈਰਾਨ ਹੋਇਆ, ਪਰ ਬਾਬਾ ਜੀ ਦਾ ਬਚਨ ਮੰਨ ਕੇ ਉਹ ਕਾਬਲ ਸਿੰਘ ਨੂੰ ਬਰੀ ਕਰਕੇ ਉੱਥੇ ਲੈ ਆਇਆ। ਬਾਬਾ ਜੀ ਨੇ ਕਾਬਲ ਸਿੰਘ ਦੀ ਹਾਲਤ ਦੇਖੀ ਤਾਂ ਬਾਬਾ ਜੀ ਨੂੰ ਬੜਾ ਤਰਸ ਆਇਆ। ਬਾਬਾ ਜੀ ਥਾਣੇਦਾਰ ਨੂੰ ਕਹਿੰਦੇ ਕਿ ਭਾਈ, ਤੁਸੀਂ ਇਸ ਨੂੰ ਕੁੱਟਿਆ ਕਿਉਂ ਹੈ? ਗਾਲਾਂ ਕੱਢਦਾ ਸੀ ਤੇ ਸਾਨੂੰ ਕੱਢਦਾ ਸੀ, ਤੁਹਾਨੂੰ ਤੇ ਨਹੀਂ ਨਾ ਕੁਝ ਕਹਿੰਦਾ ਸੀ। ਕੁੱਟਣ ਤੋਂ ਪਹਿਲਾਂ ਸਾਨੂੰ ਤਾਂ ਇੱਕ ਵਾਰ ਪੁੱਛ ਲੈਂਦੇ। ਫਿਰ ਬਾਬਾ ਜੀ ਥਾਣੇਦਾਰ ਨੂੰ ਕਹਿੰਦੇ ਕਿ ਤੂੰ ਚੰਗਾ ਕਰਮ ਨਹੀਂ ਕਮਾਇਆ,
ਕਾਬਲ ਸਿੰਘ ਕੋਲੋਂ ਮੁਆਫੀ ਮੰਗ ਲੈ। ਪਰ ਥਾਣੇਦਾਰ ਨੇ ਮੁਆਫੀ ਨਾ ਮੰਗੀ। ਬਾਬਾ ਜੀ ਕਾਬਲ ਸਿੰਘ ਨੂੰ ਕਹਿੰਦੇ ਕਿ ਪੁੱਤ ਅਸਾਂ ਹੋਰ ਤੇ ਹੁਣ ਕੁਛ ਨਹੀਂ ਕਰ ਸਕਦੇ, ਪਰ ਤੇਰਾ ਇਲਾਜ ਅਸੀਂ ਖੁਦ ਕਰਾਵਾਂਗੇ ਤੇ ਤੂੰ ਲੰਗਰ ਪਾਣੀ ਵੀ ਇੱਥੇ ਸਾਡੇ ਕੋਲ ਹੀ ਛਕਿਆ ਕਰੀ। ਬਾਕੀ ਜਿਨ੍ਹਾਂ ਨੇ ਤੈਨੂੰ ਇੰਨੀ ਬੇਰਾਮੀ ਨਾਲ ਕੁੱਟਿਆ, ਆਪ ਨਹੀਂ ਕੀਤੀ ਉਹ ਆਪੇ ਭੁਗਤਣਗੇ। ਬਾਬਾ ਜੀ ਨੇ ਕਾਬਲ ਸਿੰਘ ਨੂੰ ਗੱਲ ਨਾ ਲਾਇਆ ਤੇ ਬਖਸ਼ ਲਿਆ। ਸੰਤ ਕੇ ਦੋਖੀ ਕੋ ਅਵਰ ਨਾ ਰਾਖਨਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਇਤਨਾ ਦਿਆਲੂ ਹਿਰਦਾ ਬਾਬਾ ਜੀ ਕੁੱਲੀ ਵਾਲਿਆਂ ਦਾ ਸੀ ਕਿ ਐਸੇ ਨਿੰਦਕ ਨੂੰ ਵੀ ਗਲੇ ਨਾਲ ਲਾ ਲਿਆ। ਕੋਈ ਰੋਸ਼ ਨਹੀਂ ਕੀਤਾ, ਕੋਈ ਗਿਲਾ ਨਹੀਂ ਕੀਤਾ। ਇਤਨੀ ਸਹਿਨਸ਼ੀਲਤਾ ਵਾਲੇ ਮਹਾਂਪੁਰਖ ਸਨ। ਅਸਲ ਦੇ ਵਿੱਚ ਜਿਹਨਾਂ ਗੁਰਮੁਖ ਰੂਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੁੰਦੀ ਹੈ, ਉਹਨਾਂ ਦਾ ਹਿਰਦਾ ਜਲ ਦੇ ਵਾਂਗ ਨਿਰਮਲ ਤੇ ਕੋਮਲ ਹੋ ਜਾਂਦਾ ਹੈ। ਕੋਈ ਤਲਵਾਰ ਦੇ ਨਾਲ ਵੀ ਭਾਵੇਂ ਜਲ ਵਿੱਚ ਵਾਰ ਕਰੇ, ਜਲ ਦੇ ਦੋ ਟੁਕੜੇ ਫਿਰ ਵੀ ਨਹੀਂ ਹੁੰਦੇ, ਕਿਉਂਕਿ ਜਲ ਦੀ ਨਿਰਮਲਤਾ ਤੇ ਕੋਮਲਤਾ ਹੀ ਐਸੀ ਹੈ। ਐਸੀ ਹੀ ਕੋਮਲਤਾ ਗੁਰਮੁਖ ਰੂਹਾਂ ਦੀ ਹੁੰਦੀ ਹੈ। ਕਿਸੇ ਦੇ ਮੰਦੇ ਬੋਲਾਂ ਨਾਲ ਵੀ ਮਹਾਂਪੁਰਖ ਅਡੋਲ ਰਹਿੰਦੇ ਹਨ। ਬਚਨ ਵੀ ਹੈ ਪਰਮ ਸੁਗੰਧ ਅਤ ਕੋਮਲ ਸੀਤਲ ਤਾਕੈ, ਬਿਮਲ ਸਥਲ ਨਿਹਚਲ ਨਾ ਡੋਲਾਨੇ ਹੈ, ਦਿਆਲੰਗ ਸਰਵਤਰ ਜੀਆਂ। ਬਾਬਾ ਜੀ ਦੇ ਕੋਮਲ ਹਿਰਦੇ ਦੀ ਪ੍ਰਤੱਖ ਉਦਾਹਰਣ ਬਾਬਾ ਜੀ ਦੇ ਜੀਵਨ ਦੀ ਇਹ ਘਟਨਾ ਵੀ ਹੈ। ਇੱਕ ਵੇਰਾ ਇੱਕ ਸੱਜਣ ਗੁਰਦੁਆਰਾ ਸੰਗਤਸਰ ਸਾਹਿਬ ਦੇ ਲੰਗਰ ਹਾਲ ਵਿੱਚੋਂ ਥਾਲ ਚੋਰੀ ਕਰਕੇ ਲੈ ਗਿਆ। ਕੁਝ ਦਿਨਾਂ ਬਾਅਦ ਦੋ ਸਿੰਘ ਉਸ ਸੱਜਣ ਦੇ ਘਰ ਵਿਖੇ ਆਏ। ਉਸਨੇ ਉਹਨਾਂ ਸਿੰਘਾਂ ਨੂੰ ਲੰਗਰ ਪਾਣੀ ਛਕਾਇਆ। ਥਾਲ ਦੇਖ ਕੇ ਸਿੰਘਾਂ ਨੂੰ ਸ਼ੱਕ ਪਿਆ ਕਿ ਇਹ ਥਾਲ ਤਾਂ ਗੁਰਦੁਆਰਾ ਸੰਗਤਸਰ ਸਾਹਿਬ ਦੇ ਲੱਗਦੇ ਹਨ। ਉਹਨਾਂ ਨੇ ਉਸ ਸੱਜਣ ਨੂੰ ਫੜ ਕੇ ਥੋੜ੍ਹਾ ਝਿੜਕਿਆ ਤੇ ਬਾਕੀ ਥਾਲੀਆਂ ਬਾਰੇ ਪੁੱਛਿਆ। ਉਹ ਸੱਜਣ ਬੜਾ ਸ਼ਰਮਿੰਦਾ ਹੋਇਆ ਤੇ ਮੰਨ ਗਿਆ ਕਿ ਮੈਂ ਹੀ ਥਾਲ ਚੋਰੀ ਕੀਤੇ ਹਨ। ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਚੋਰੀ ਨਾਲ ਮਨ ਨੂੰ ਤੇ ਭਲਾ ਕਰ ਲਿਆ, ਭਾਵ ਮਨ ਨੂੰ ਤੇ ਖੁਸ਼ ਕਰ ਲਿਆ, ਪਰ ਇਹਦੇ ਨਾਲ ਨਾ ਇੱਥੇ ਸ਼ੋਭਾ ਮਿਲਦੀ ਤੇ ਨਾ ਅਗਲੇ ਜਹਾਨੀ। ਬਚਨ ਹੈ ਕਰ ਚੋਰੀ ਮੈਂ ਜਾ ਕਿਛ ਲਈਆ, ਤਾਂ ਮਨ ਭਲਾ ਪਾਇਆ, ਹਲਤ ਨਾ ਸ਼ੋਭਾ ਪਲਤ ਨਾ ਢੋਈ, ਐਲਾ ਜਨਮ ਗਵਾਇਆ। ਉਸਨੇ ਫਿਰ ਬਾਕੀ ਥਾਲ ਵੀ ਅੰਦਰੋਂ ਕੱਢ ਕੇ ਉਹਨਾਂ ਸਿੰਘਾਂ ਨੂੰ ਦੇ ਦਿੱਤੇ। ਉਹ ਸਿੰਘ ਉਸ ਸੱਜਣ ਨੂੰ ਬਰਤਨਾਂ ਸਮੇਤ ਨਾਲ ਲੈ ਕੇ ਬਾਬਾ ਜੀ ਦੇ ਕੋਲ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਆਏ। ਉਹਨਾਂ ਨੇ ਬਾਬਾ ਜੀ ਨੂੰ ਚੋਰੀ ਦੇ ਬਰਤਨਾਂ ਦੀ ਸਾਰੀ ਗੱਲ ਦੱਸੀ। ਬਾਬਾ ਜੀ ਉਹਨਾਂ ਨੂੰ ਕਹਿੰਦੇ ਕਿ ਭਾਈ ਤੁਸੀਂ ਇਸ ਨੂੰ ਕਿਤੇ ਮਾਰਿਆ ਤਾਂ ਨਹੀਂ? ਉਹ ਕਹਿੰਦੇ ਕਿ ਬਾਬਾ ਜੀ ਚੋਰੀ ਮਨਾਉਣ ਵਾਸਤੇ ਥੋੜ੍ਹਾ ਬਹੁਤ ਝਿੜਕਣਾ ਹੀ ਪੈਂਦਾ ਹੈ। ਬਾਬਾ ਜੀ ਉਹਨਾਂ ਨੂੰ ਕਹਿੰਦੇ ਕਿ ਭਾਈ ਇਹਦੇ ਕੋਲੋਂ ਮੁਆਫੀ ਮੰਗੋ ਤੇ ਇਸ ਨੂੰ ਇਹਦੇ ਘਰ ਵਾਪਸ ਛੱਡ ਕੇ ਆਵੋ। ਬਾਬਾ ਜੀ ਨੇ ਮੁਸਕਰਾ ਕੇ ਇਹ ਵੀ ਬਚਨ ਕੀਤਾ ਕਿ ਭਾਈ ਥਾਲ ਵੀ ਹੁਣ ਇਹਨੂੰ ਹੀ ਦੇ ਦੇਵੋ, ਚੋਰੀ ਦੇ ਥਾਲ ਅਸੀਂ ਥੋੜ੍ਹੀ ਰੱਖਣੇ ਨੇ, ਸਾਡੇ ਵਾਸਤੇ ਆਪੇ ਗੁਰੂ ਨਾਨਕ ਹੋਰ ਭੇਜ ਦੇਵੇਗਾ। ਬਾਬਾ ਜੀ ਨੇ ਬਹਾਨੇ ਨਾਲ ਫਿਰ ਉਹ ਥਾਲ ਵੀ ਉਸੇ ਸੱਜਣ ਨੂੰ ਹੀ ਵਾਪਸ ਦੇ ਦਿੱਤੇ। ਐਸੇ ਦਇਆਲੂ ਮਹਾਂਪੁਰਖ ਸਨ। ਪਾਤਸ਼ਾਹ ਵੀ ਐਸੇ ਸਤਿਪੁਰਸ਼ਾਂ ਪ੍ਰਥਾਏ ਬਚਨ ਕਰਦੇ ਹਨ। ਦਿਆਲੰਗ ਸਰਵਤਰ ਜੀਆਂ ਪੰਜ ਦੋਖ ਵਿਵਰਜਿਤੈ। ਬਾਬਾ ਜੀ ਨੇ ਥਾਲ ਉਹ ਸੱਜਣ ਨੂੰ ਵਾਪਸ ਕਰ ਦਿੱਤੇ ਤਾਂ ਉੱਥੇ ਸੰਗਤ ਵਿੱਚ ਬੈਠੇ ਮਾਤਾ ਅਵਤਾਰ ਕੌਰ ਜੀ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਆਪ ਜੀ ਇਹ ਥਾਲਾਂ ਦੀ ਸੇਵਾ ਮੈਨੂੰ ਬਖਸ਼ ਦਿਓ। ਮਾਤਾ ਜੀ ਨੇ ਫਿਰ ਗੁਰੂ ਕੇ ਲੰਗਰ ਲਈ ਥਾਲਾਂ ਦੀ ਸੇਵਾ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।